हम पापी तुम पाप खंडन, नीको ठाकुर देसा। हम पापी तुम पाप खंडन, नीको ठाकुर देसा। सन्मानयोग गुरु रूप गुरु की साजी हुई गुरु प्यारी संगत जी, गुरबाणी दी विचार नूं आरंभ करिए। प्रथम प्यार सहित आखिए जी, वाहिगुरु जी का खालसा, वाहिगुरु जी की फतेह। अज दा जो पावन हुक्मनामा है, यह गुरु अर्जन देव जी महाराज उन्हां दी रसना तो गायन किया होया शब्द अष्टपदियां दे रूप दे विच सोरठ राग दे अंदर 641 अंग तो आरंभ होके 642 अंग ते संपूर्ण हो जाता है जी। इस शब्द दे अंदर गुरु अर्जन देव जी साहिब जी फरमाउंदे हन, सोरठ महला पंजवा घर दूजा अष्टपदिया एक ओंकार सतगुर प्रसाद। अठ पदियां वाला यह शब्द है। दूजे घर विच गुरु अर्जन देव जी गाउण लई कह रहे आ, वो दुनिया नूं बनाउण वाला, पालण वाला, मिटाउण वाला उही आ। ओंकार उहदी धुनी आ। ब्रह्मंड जिस तो सारा बनिया सच्चे गुरु दे प्रसाद द्वारा ही उहदी प्राप्ति हुंदी है, उहदे स्वरूप दी। उसदे सुभाव जैसा सुभाव बनदा, भाव की पाठ पढ़ियो अर वेद विचारियो, निवल भुअंगम साधे, पंच जना स्यों संग न छुटकियो, अदक अहंग बुद्ध बाधे। गुरु अर्जन देव जी पातशाह जी फरमाउंदे आ, ये जिहड़ा हुक्मनामा है इस दे विच उन्हां लोकां दा जिक्र है जिहड़े धर्म दे नाम ते, जोग दे नाम ते कुछ ऐसे कर्म कर बहिंदे आ, पर प्यारे जी ने आख्या इन्हां दे नाल रब दी प्राप्ति तां नहीं हो सकदी। अनेकां ही अजिहे कर्म प्यारे इन बिद मिलन न जाई, मैं किए कर्म अनेका, हार परियो स्वामी कै द्वारे, दीजै बुद्ध विवेका। हार परियो स्वामी कै द्वारे, दीजै बुद्ध विवेका। विवेक बुद्ध इहदे अर्थ की हन? चंगे ते माड़े कर्म की पछाण होनी, सोझी आ जानी कि चंगा कम केड़ा, माड़ा कर्म केड़ा। फिर माड़ा कर्म जिहड़ा उहनूं छड्ड देना, चंगे पासे टुरना, ये विवेक बुद्ध आ। हुण गुरु अर्जन देव जी महाराज कहंदे आ, पाठ पढ़ियो। दुनिया विच कुछ इहो जिहे लोक आ जिहड़े पाठ पढ़दे आ वेदां दा, अर वेद विचारियो, वेदां नूं विचारदे आ, उन्हां दी व्याख्या पढ़दे आ, अगे उन्हां नूं सांझी करदे आ व्याख्या नूं
ਨਿਵਲ ਭੁਅੰਗਮ ਸਾਧੇ। ਕੁਝ ਐਸੇ ਜੋਗੀ ਆ ਨਿਉਲੀ ਕਰਮ ਕਰਦੇ ਆ, ਸਾਹਾਂ ਨੂੰ ਰੋਕ ਲੈਂਦੇ ਆ। ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਉਹ ਕਰਦੇ ਆ। ਪੰਚ ਜਨਾਂ ਸਿਉ ਸੰਗ ਨ ਛੁਟਕੇ ਉਹ, ਅਦਕ ਅਹੰਗ ਬੁੱਧ ਬਾਧੇ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਪੰਜਾਂ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਦੇ। ਪੰਜ ਜਨਾਂ ਸਿਉ ਸੰਗ ਨ ਛੁਟਕੇ ਉਹ, ਹੰਕਾਰ, ਕਾਮ, ਕ੍ਰੋਧ, ਲੋਭ ਤੇ ਮੋਹ, ਇਹਨਾਂ ਚੀਜ਼ਾਂ ਤੋਂ ਉਹ ਮੁਕਤ ਨਹੀਂ ਹੋ ਸਕਦੇ। ਉਹਦਾ ਕਾਰਨ ਕੀ ਆ? ਇਹਦੇ ਲਈ ਜੋ ਕਰ ਰਹੇ ਉਹ ਕਰਮ ਠੀਕ ਨਹੀਂ ਹੈਗਾ। ਪਿਆਰੇ ਇਨ ਵਿਦ ਮਿਲਨ ਨਾ ਜਾਈ, ਪਿਆਰੇ ਇਨ ਵਿਦ ਮਿਲਨ ਨਾ ਜਾਈ। ਹੇ ਮੇਰੇ ਪਿਆਰੇ ਪ੍ਰੀਤਮ, ਇਹਨਾਂ ਕਰਮਾਂ ਦੇ ਨਾਲ ਉਹ ਮਾਲਕ ਨੂੰ ਮਿਲਿਆ ਨਹੀਂ ਜਾਣਾ, ਉਹਦੇ ਸਰੂਪ ਦੀ ਪ੍ਰਾਪਤੀ ਨਹੀਂ ਹੋਣੀ। ਮੈਂ ਕੀਏ ਕਰਮ ਅਨੇਕਾ, ਕਰਮ ਭਾਵੇਂ ਅਨੇਕਾਂ ਹੀ ਮੈਂ ਕਰ ਲਿਆ, ਕਰਮ ਬਹੁਤ ਕਰ ਲਏ, ਪਰ ਉਹ ਕਰਮ ਮੈਨੂੰ ਉਹਦੀ ਸਰੂਪ ਦੀ ਪ੍ਰਾਪਤੀ ਨਹੀਂ ਕਰਵਾ ਸਕਦੇ। ਭਾਵ ਮੇਰਾ ਸੁਭਾਅ ਉਹਦੇ ਜੈਸਾ ਨਹੀਂ ਬਣਾ ਸਕਦੇ, ਆਪਦੇ ਗੁਰੂ ਜੈਸਾ, ਰੱਬ ਜੈਸਾ ਸੁਭਾਅ ਨਹੀਂ ਮੇਰਾ ਬਣ ਸਕਦਾ ਇਹਨਾਂ ਚੀਜ਼ਾਂ ਨੂੰ ਕਰਨ ਦੇ ਨਾਲ। ਹਾਂ, ਹੰਕਾਰ ਤਾਂ ਆ ਸਕਦਾ, ਹੰਕਾਰ ਜ਼ਰੂਰ ਆ ਜਾਏਗਾ। ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਆਪਦੇ ਗੁਰੂ ਸਾਹਿਬ ਅੱਗੇ ਆ ਕੇ ਨਾ, ਸੁਆਮੀ ਜੀ ਦੇ ਦੁਆਰ ਆ ਕੇ, ਗੁਰੂ ਦੁਆਰੇ ਆ ਕੇ ਗੁਰੂ ਨੂੰ ਕਹਿਣਾ ਚਾਹੀਦਾ ਕਿ ਗੁਰੂ ਜੀ ਮੈਨੂੰ ਦੀਜੈ ਬੁੱਧ ਵਿਵੇਕਾ, ਮੈਨੂੰ ਵਿਵੇਕ ਅਕਲ ਦੇਵੋ, ਮੈਨੂੰ ਵਿਵੇਕ ਬੁੱਧ ਬਖਸ਼ੋ। ਵਿਵੇਕ ਤੋਂ ਭਾਵ ਇਹੀ ਆ ਕਿ ਮੈਨੂੰ ਚੰਗੇ ਮਾੜੇ ਦੀ ਪਰਖ ਹੋਵੇ, ਕਰਮ ਦੀ, ਕਿ ਕਿਹੜਾ ਕੰਮ ਚੰਗਾ, ਕਿਹੜਾ ਕਰਮ ਨਹੀਂ ਠੀਕ, ਕਿਹੜਾ ਕਰਮ ਰੱਬ ਵਾਲਾ, ਕਿਹੜਾ ਕਰਮ ਸ਼ੈਤਾਨ ਵਾਲਾ। ਇੰਨੀ ਕੁ ਤਾਂ ਮੈਨੂੰ ਸੋਝੀ ਹੋਵੇ ਗੁਰੂ ਜੀ। ਦੀਜੈ ਬੁੱਧ ਵਿਵੇਕਾ, ਇਹੋ ਜੀ ਬੁੱਧ ਮੈਨੂੰ ਦੇਵੋ। ਵਿਵੇਕ ਬੁੱਧ ਜਿਹੜੀ ਆ ਨਾ, ਇਹ ਗੁਰਮੁਖਾਂ ਕੋਲ ਹੁੰਦੀ ਆ। ਸਾਡੇ ਕੋਲ ਸਿਆਣਪ ਹੁੰਦੀ ਆ, ਸਾਡੇ ਕੋਲ ਚਤਰਾਈ ਹੁੰਦੀ ਆ, ਸਾਡੇ ਕੋਲ ਚਲਾਕੀ ਹੁੰਦੀ ਆ। ਵਿਵੇਕ ਬੁੱਧ ਗੁਰਮੁਖਾਂ ਕੋਲ ਹੁੰਦੀ ਆ। ਇਹ ਵਿਵੇਕ ਕਾਹਦਾ ਹੈ? ਚੰਗੇ ਤੇ ਮਾੜੇ ਕਰਮਾਂ ਦੀ ਸੋਝੀ ਆ ਜਾਣੀ। ਸੋਝੀ ਆਉਣ ਦੇ ਨਾਲ ਉਹ ਛੱਡਣੇ ਵੀ ਆ, ਮਾੜੇ ਛੱਡਣੇ ਆ, ਚੰਗੇ ਕਮਾਉਣੇ ਆ। ਇਹਨੂੰ ਵਿਵੇਕ ਕਹਿੰਦੇ ਆ। ਅੱਗੇ ਹੁਣ ਉਹਨਾਂ ਦੀਆਂ ਉਦਾਹਰਨਾਂ ਸਾਰੀਆਂ ਹੀ ਜੋ ਲੋਕ ਕਰਦੇ ਆ। ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ। ਕੁਝ ਲੋਕ ਚੁੱਪ ਕਰ ਜਾਂਦੇ ਆ, ਬੋਲਦੇ ਨਹੀਂ। ਮੌਨੀ ਸੰਤ ਬਹੁਤ ਆ ਦੁਨੀਆ ਵਿੱਚ, ਜਿਹੜੇ ਕਹਿੰਦੇ ਕੁਝ ਨਹੀਂ ਅਸੀਂ ਬੋਲਣਾ, ਬਸ ਚੁੱਪ ਹੀ ਰਹਿਣਾ। ਪਰ ਗੁਰੂ ਸਾਹਿਬ ਜੀ ਕਹਿੰਦੇ ਐਵੇਂ ਵੀ ਰੱਬ ਨਹੀਂ ਮਿਲਣਾ, ਕਿਉਂਕਿ ਜੇ ਵਾਹਿਗੁਰੂ ਨੇ ਚੁੱਪ ਹੀ ਕਰਾਉਣਾ ਹੁੰਦਾ ਸਾਨੂੰ, ਉਹ ਜੀਭ ਨਾ ਲਾ ਕੇ ਭੇਜਦਾ, ਰਸਨਾ ਨਾ ਲਾਉਂਦਾ ਕਦੇ ਵੀ। ਉਹਨੇ ਜੀਭ ਲਾਈ ਆ ਤੇ ਅਰਥ ਇਹ ਆ ਵੀ ਇਹਦਾ ਇਸਤੇਮਾਲ ਸਹੀ ਤਰੀਕੇ ਨਾਲ ਕਰ, ਹੇ ਇਨਸਾਨ। ਪਰ ਮੌਨ ਰਹਿਣਾ ਕੋਈ ਚੰਗੀ ਗੱਲ ਨਹੀਂ। ਬਹੁਤ ਲੋਕ ਮੌਨ ਰਹਿੰਦੇ ਆ। ਮੌਨ ਤੋਂ ਭਾਵ ਚੁੱਪ। ਮੌਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨਮਾਹੀ। ਕਈ ਫਿਰ ਰੋਟੀ ਖਾਣ ਲਈ ਭਾਂਡੇ ਨਹੀਂ ਯੂਜ਼ ਕਰਦੇ, ਵਰਤਦੇ ਨਹੀਂ, ਬਰਤਨ ਵਗੈਰਾ ਹੱਥਾਂ 'ਤੇ ਹੀ ਖਾਂਦੇ ਆ। ਉਹ ਕਹਿੰਦੇ ਅਸੀਂ ਨਹੀਂ, ਬਰਤਨ ਵਗੈਰਾ ਨਹੀਂ ਰੱਖੇ ਹੋਏ, ਅਸੀਂ ਤਾਂ ਹੱਥਾਂ 'ਤੇ ਹੀ ਦਾਲ ਪਾ ਕੇ ਪ੍ਰਸ਼ਾਦੇ ਉੱਪਰ ਤੇ ਐਵੇਂ ਛਕ ਲੈਂਦੇ ਹਾਂ। ਇੱਦਾਂ ਦੇ ਵੀ ਲੋਕ ਨੇ। ਐਵੇਂ ਵੀ ਉਹ ਕਹਿੰਦੇ ਗੱਲ ਨਹੀਂ ਬਣਨੀ। ਗੁਰੂ ਸਾਹਿਬ ਜੀ ਕਹਿ ਰਹੇ, ਗੁਰੂ ਅਰਜਨ ਦੇਵ ਜੀ, ਮੌਨ ਰਹਿ ਕੇ ਵੀ ਗੱਲ ਨਹੀਂ ਬਣਨੀ ਕਿ ਤੁਸੀਂ ਬੋਲੋ ਹੀ ਨਾ ਕੁਝ, ਇਹ ਵੀ ਠੀਕ ਨਹੀਂ। ਭਾਂਡੇ ਨਾ ਵਰਤਣੇ ਤੇ ਕਹਿਣਾ ਮੈਂ ਹੁਣ ਮੁਕਤ ਹੋ ਗਿਆ, ਨਹੀਂ। ਬਰਤਨ ਹੈਗੇ ਉਹਨਾਂ 'ਚ ਦਾਲ ਪਾ ਕੇ ਖਾਣੀ ਚੰਗੀ ਗੱਲ ਆ।
ਪਰ ਇਹ ਕਹਿਣਾ ਮੈਂ ਭਾਂਡੇ ਨਹੀਂ ਵਰਤਦਾ, ਦੂਜੇ ਲੋਕ ਬਰਤਨ ਵਰਤਦੇ ਆ, ਮੈਂ ਮੁਕਤ ਹੋ ਗਿਆ, ਨਹੀਂ, ਇਹ ਵੀ ਠੀਕ ਨਹੀਂ। ਫਿਰ ਤੀਜੀ ਉਦਾਹਰਨ, ਨਗਨ ਫਿਰਿਓ ਬਨ ਮਾਹੀ। ਕਈ ਕੱਪੜੇ ਨਹੀਂ ਪਾਉਂਦੇ, ਨਾਗੇ ਸਾਧੂ ਹੈਗੇ ਇਹੋ ਜਿਹੇ ਬਹੁਤ ਜ਼ਿਆਦਾ। ਐਵੇਂ ਵੀ ਗੁਰੂ ਸਾਹਿਬ ਜੀ ਕਹਿੰਦੇ ਠੀਕ ਨਹੀਂ, ਫਿਰ ਐਵੇਂ ਵੀ ਮੁਕਤੀ ਨਹੀਂ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੈ ਨਾਹੀ। ਕਈ ਕਹਿੰਦੇ ਮੈਂ ਬਹੁਤ ਤੀਰਥਾਂ ਤੇ ਜਾ ਆਇਆ, ਸਾਰੀ ਧਰਤੀ ਦੇ ਤੀਰਥ ਮੈਂ ਛੱਡੇ ਹੀ ਨਹੀਂ ਹੈਗੇ। 68 ਬਣਦੇ ਆ ਇਹ, ਤੇ ਪਰ ਹਜੇ ਵੀ ਉਹਨਾਂ ਦੀ ਦੁਬਦਾ ਤਾਂ ਦੂਰ ਨਹੀਂ ਹੋਈ। ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਤਾਂ ਉਵੇਂ ਹੀ ਪਏ ਆ, ਉਹਨਾਂ ਦਾ ਹਾਲ ਉਹੀ ਆ। ਮਨ ਕਾਮਨਾ ਤੀਰਥ ਜਾਇ ਵਸਿਓ, ਸਿਰ ਕਰ ਬੱਤ ਧਰਾਏ। ਮਨ ਕੀ ਮੈਲ ਨ ਉਤਰੈ ਇਹ ਵਿਦ, ਜੇ ਲੱਖ ਯਤਨ ਕਰਾਏ। ਉਹਨਾਂ ਦੀ ਜਿਹੜੀ ਕਾਮਨਾ ਸੀਗੀ ਮਨ ਦੀ, ਤੀਰਥਾਂ ਤੇ ਵੀ ਜਾ ਆਏ ਆ, ਉਹਨਾਂ ਨੇ ਬਹੁਤ ਸਾਰੇ ਵਰਤ ਵੀ ਰੱਖੇ ਆ, ਬਹੁਤ ਉਹ ਚੀਜ਼ਾਂ ਕੀਤੀਆਂ, ਪਰ ਮਨ ਦੀ ਮੈਲ ਉਵੇਂ ਹੀ ਪਈ ਆ, ਉਹ ਬਿਲਕੁਲ ਵੀ ਨਹੀਂ ਲੱਥੀ, ਉਹਨਾਂ ਦੀ ਉਤਰੀ ਨਹੀਂ ਹੈ। ਇਹ ਬਿਦ ਜੇ ਲੱਖ ਯਤਨ ਕਰਾਏ, ਐਵੇਂ ਲੱਖਾਂ ਯਤਨ ਕਰ ਲਵੋ ਤਾਂ ਵੀ ਠੀਕ ਨਹੀਂ ਹੁੰਦਾ। ਕਨਕ ਕਾਮਣੀ ਹੈਵਰ ਗੈਵਰ, ਬਹੁ ਬਿਦ ਦਾਨ ਦਾ ਤਾਰਾ। ਕਨਕ ਕਹਿੰਦੇ ਆ ਸੋਨੇ ਨੂੰ, ਕਾਮਨੀ ਇਸਤਰੀ, ਹੈਵਰ ਘੋੜੇ, ਗੈਵਰ ਹਾਥੀ। ਬਹੁ ਬਿਦ ਦਾਨ ਦਾ ਤਾਰਾ, ਜੇ ਕੋਈ ਸੋਨੇ ਦਾ ਵੀ ਦਾਨ ਕਰੇ, ਘੋੜਿਆਂ ਦਾ ਵੀ ਦਾਨ ਕਰੇ, ਹਾਥੀਆਂ ਦਾ ਵੀ ਦਾਨ ਕਰੇ, ਅੰਨ ਵਸਤਰ, ਅੰਨ ਦਾ ਵੀ ਦਾਨ ਕਰੇ, ਭੂਮ ਬਹੁ ਅਰਪੇ, ਜ਼ਮੀਨ ਦਾ ਵੀ ਦਾਨ ਕਰੇ, ਨਹਿ ਮਿਲੀਐ ਹਰ ਦੁਆਰਾ। ਇੰਨਾ ਕੁਝ ਕਰਨ ਦੇ ਨਾਲ ਜੇ ਉਹਦੇ ਕੋਲ ਗੁਰੂ ਵਾਲਾ ਗਿਆਨ ਨਹੀਂ, ਸੰਗਤ ਨਹੀਂ, ਉਹਨੂੰ ਹੰਕਾਰ ਹੋ ਜਾਏਗਾ, ਉਹਨੂੰ ਕਦੇ ਵੀ ਉਹ ਦੁਆਰ ਦੀ, ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ, ਵਿਵੇਕ ਬੁੱਧ ਦੀ। ਅੰਨ ਵਸਤਰ, ਅਨਾਜ ਦਾ ਦਾਨ, ਭੂਮ ਬਹੁ ਅਰਪੇ, ਜ਼ਮੀਨ ਦਾ ਦਾਨ, ਸੋਨੇ ਦਾ ਦਾਨ, ਚਾਂਦੀ ਦਾ ਦਾਨ, ਘੋੜਿਆਂ ਦਾ ਦਾਨ, ਹਾਥੀ ਦਾ ਦਾਨ, ਪਰ ਫਿਰ ਵੀ ਗੱਲ ਨਹੀਂ ਬਣੀ। ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ, ਨਾ ਤੂੰ ਆਵੇਂ ਬਸ ਕਿਤੈ ਸਿਆਣ ਪੈ, ਨਾ ਤੂੰ ਆਵੇਂ ਬਸ ਤੀਰਥ ਨਹਾਇਐ, ਨਾ ਤੂੰ ਆਵੇਂ ਬਸ ਧਰਤੀ ਧਾਈ ਐ। ਤੀਰਥਾਂ ਤੇ ਜਾਣ ਨਾਲ ਵੀ ਤੂੰ ਵਸ ਨਹੀਂ ਆਉਂਦਾ, ਦਾਨ ਪੁੰਨ ਕਰਨ ਨਾਲ ਵੀ ਤੂੰ ਵਸ ਨਹੀਂ ਆਉਂਦਾ, ਹੰਕਾਰ ਜ਼ਰੂਰ ਹੋ ਜਾਊਗਾ। ਸਿਆਣਪਾਂ ਦੇ ਨਾਲ ਤੂੰ ਵਸ ਨਹੀਂ ਆਉਂਦਾ, ਚਲਾਕੀਆਂ ਦੇ ਨਾਲ ਤੂੰ ਵਸ ਨਹੀਂ ਆਉਂਦਾ। ਹੇ ਵਾਹਿਗੁਰੂ, ਅੰਨ ਦਾਨ ਕਰਨ ਦੇ ਨਾਲ, ਜ਼ਮੀਨ ਦਾਨ ਕਰਨ ਦੇ ਨਾਲ, ਹਾਥੀ ਘੋੜੇ ਦਾਨ ਕਰਨ ਦੇ ਨਾਲ, ਸੋਨਾ ਦਾਨ ਕਰਨ ਨਾਲ ਵੀ ਤੂੰ ਵਸ ਜੀ ਨਹੀਂ ਆਉਂਦਾ। ਪੂਜਾ ਅਰਚਾ ਬੰਧਨ ਡੰਡੌਤ, ਪੂਜਾ ਕਈ ਤਰ੍ਹਾਂ ਦੀ ਆ, ਡੰਡੌਤ ਕਈ ਤਰ੍ਹਾਂ ਦੀ ਆ। ਖਟ ਕਰਮਾ ਰਤ ਰਹਿਤਾ, ਬ੍ਰਾਹਮਣ ਕਹਿੰਦੇ ਆ 6 ਤਰ੍ਹਾਂ ਦੇ ਕਰਮ ਕਰੋ ਮੁਕਤੀ ਮਿਲੂਗੀ। ਵਿਦਿਆ ਪੜ੍ਹੋ, ਵਿਦਿਆ ਪੜ੍ਹਾਓ, ਜਗ ਕਰੋ, ਹਵਨ ਕਰੋ, ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਚੀਜ਼ਾਂ, ਪਰ ਫਿਰ ਵੀ ਉਹ ਮਨ ਵੱਸ 'ਚ ਨਹੀਂ ਆਉਂਦਾ। ਹਉ ਹਉ ਕਰਤ ਬੰਧਨ ਮੈਂ ਭਰਿਆ, ਨਹਿ ਮਿਲੀ ਹੈ ਇਹ ਜੁਗਤਾ, ਨਹਿ ਮਿਲੀ ਹੈ ਇਹ ਜੁਗਤਾ। ਇਹ ਢੰਗਾਂ ਦੇ ਨਾਲ ਠੀਕ ਨਹੀਂ ਹੁੰਦਾ, ਮਨ ਟੇਢਾ ਹੀ ਰਹਿੰਦਾ, ਸਗੋਂ ਬੰਧਨ ਪੈ ਜਾਂਦੇ ਆ। ਜੋਗ ਸਿੱਧ ਆਸਣ 84, ਜੋਗੀਆਂ ਦੀ ਗੱਲ ਕਰ ਲਓ, ਸਿੱਧਾਂ ਦੀ ਗੱਲ ਕਰ ਲਓ, 84 ਆਸਣ ਆ ਉਹਨਾਂ ਦੇ ਵਿੱਚ। ਇਹ ਵੀ ਕਰ ਕਰ ਰਹਿਆ, ਇਹ ਵੀ ਕਰ ਕਰ ਦੇਖ ਲਿਆ। ਵੱਡੀ ਆਰਜਾ, ਉਮਰ ਭਾਵੇਂ ਬਹੁਤ ਵੱਡੀ ਹੋਵੇ, ਮਰ ਕੇ ਫਿਰ ਜਨਮੇ। ਮਰਨਾ ਤਾਂ ਹੈ ਹੀ, ਭਾਵੇਂ 100 ਸਾਲ ਕੋਈ ਜਿਉਂ ਲੇ ਤਾਂ ਵੀ ਉਹ ਮਰੇਗਾ, ਮਰਨਾ ਅਖੀਰ 'ਚ ਉਹਨੇ ਹੈਗਾ ਹੀ ਆ। ਫਿਰ ਜਨਮੇਗਾ, ਹਰ ਸਿਉ ਸੰਗ ਨ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੁਆ, ਨਰਕ ਘੋਰ ਕਾ ਦੁਆਰਾ। ਕੋਈ ਰਾਜਿਆਂ ਦੇ ਵਾਂਗ ਵੀ ਰਹੇ, ਆਪਣੇ ਨਾਮ ਵੀ ਬਦਲੇ, ਲੋਕ ਉਹਨੂੰ ਬਾਦਸ਼ਾਹ ਵੀ ਕਹਿਣ, ਦੂਜਿਆਂ ਤੇ ਹੁਕਮ ਵੀ ਕਰੇ।
ਹੱਥ ਜੋੜ ਕੇ ਖੜ ਜਾਣ ਸਾਰੇ, ਪਰ ਜੇ ਉਹਦੇ ਕੋਲ ਵਿਵੇਕ ਅਕਲ ਨਹੀਂ ਹੈਗੀ ਤਾਂ ਉਹ ਨਰਕ ਘੋਰ ਦੇ ਵਿੱਚ ਆ। ਨਰਕ ਘੋਰ ਕਾ ਦੁਆਰਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਅਸਲ ਵਿੱਚ ਸਾਧ ਸੰਗਤ ਵਿੱਚ ਆ ਕੇ ਬੈਠ ਕੇ ਟਿਕਾਵੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਇਹਨਾਂ ਸਾਰੀਆਂ ਗੱਲਾਂ ਨਾਲੋਂ ਚੰਗਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ। ਸਾਰਿਆਂ ਨਾਲੋਂ ਚੰਗੀ ਗੱਲ ਇਹੀ ਆ ਕਿ ਤੁਸੀਂ ਸਾਧ ਸੰਗਤ ਵਿੱਚ ਆਓ ਤੇ ਉਹ ਮਾਲਕ ਦਾ ਨਾਮ ਜਪੋ ਇਕੱਠੇ ਹੋ ਕੇ ਪਿਆਰ ਦੇ ਨਾਲ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤਾਂ ਇਹੋ ਜਿਹੇ ਗੁਰਸਿੱਖ ਨੂੰ ਦਾਤ ਪ੍ਰਾਪਤ ਹੁੰਦੀ ਹੈ ਜਿਹਨੂੰ ਵਿਵੇਕ ਬੁੱਧ ਕਹਿੰਦੇ ਆ। ਤੇਰੋ ਸੇਵਕ ਇਹ ਰੰਗ ਮਾਤਾ, ਤੇਰੇ ਸੇਵਕਾਂ ਨੂੰ ਇਹ ਦਾਤ ਮਿਲਦੀ ਆ ਜਿਨ੍ਹਾਂ ਤੇ ਤੇਰੀ ਰਹਿਮਤ ਹੋ ਜਾਂਦੀ ਆ, ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਇੰਨੀ ਅਪਾਰ ਬਖਸ਼ਿਸ਼ ਹੁੰਦੀ ਆ। ਉਹ ਫਿਰ ਸਾਧ ਸੰਗਤ ਵਿੱਚ ਆਉਣ ਲੱਗ ਜਾਂਦੇ ਆ। ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਉਹ ਕਿਹੜੀਆਂ ਚੀਜ਼ਾਂ ਸੀਗੀਆਂ, ਸਾਰੀਆਂ ਹੀ ਗੁਰੂ ਸਾਹਿਬ ਜੀ ਨੇ ਗਿਣਤੀਆਂ। ਪਹਿਲਾਂ ਤਾਂ ਹੈ ਮੌਨ ਭਇਓ, ਚੁੱਪ ਰਹਿਣਾ, ਬੋਲਣਾ ਹੀ ਨਹੀਂ। ਸਾਧੂ ਇਹੋ ਜਿਹੇ ਵੀ ਹੈਗੇ ਆ ਕਈ, ਉਹ ਬੋਲਦੇ ਨਹੀਂ, ਮੌਨੀ ਇਹੋ ਜਿਹੇ ਆ। ਉਹ ਕਹਿੰਦੇ ਬੋਲਾਂਗੇ ਤਾਂ ਪਾਪ ਹੋਊਗਾ, ਕਿਸੇ ਦਾ ਦਿਲ ਟੁੱਟੂਗਾ, ਬੋਲਾਂਗੇ ਤਾਂ ਕਲੇਸ਼ ਹੋਣਗੇ, ਬੋਲਾਂਗੇ ਤਾਂ ਫਿਰ ਇੱਦਾਂ ਝਗੜੇ ਹੋਣਗੇ। ਗੁਰੂ ਸਾਹਿਬ ਜੀ ਕਹਿੰਦੇ ਠੀਕ ਨਹੀਂ ਇਹ ਗੱਲ ਉਹਨਾਂ ਦੀ ਵੀ, ਤੁਸੀਂ ਸਹੀ ਤਰੀਕੇ ਨਾਲ ਬੋਲੋ। ਰੱਬ ਨੇ ਰਸਨਾ ਹੀ ਤਾਂ ਲਾਈ ਸੀਗੀ, ਉਹ ਲਾਉਂਦਾ ਹੀ ਨਾ। ਫਿਰ ਜੇ ਚੁੱਪ ਹੀ ਰਹਿਣਾ ਹੁੰਦਾ ਉਹ ਲਾ ਕੇ ਹੀ ਨਾ ਭੇਜਦਾ ਜੀਭ। ਬੋਲੋ, ਸਹੀ ਤਰੀਕੇ ਨਾਲ ਬੋਲੋ। ਕਈ ਫਿਰ ਇਸ ਤਰ੍ਹਾਂ ਦੇ ਨੇ, ਉਹ ਕਹਿੰਦੇ ਅਸੀਂ ਭਾਂਡੇ ਨਹੀਂ ਵਰਤਦੇ, ਕਿਰਪਾਤੀ ਰਹਿਓ। ਉਹ ਕਹਿੰਦੇ ਬਰਤਨ ਨਹੀਂ ਅਸੀਂ ਵਰਤਦੇ, ਹੱਥਾਂ 'ਤੇ ਹੀ ਪ੍ਰਸ਼ਾਦਾ ਛਕ ਲੈਂਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਇਵੇਂ ਵੀ ਕੋਈ ਮੁਕਤੀ ਵਾਲੀ ਗੱਲ ਨਹੀਂ ਹੈਗੀ, ਵਿਵੇਕ ਅਕਲ ਵਾਲੀ ਗੱਲ ਨਹੀਂ ਇਹ, ਰੱਬ ਨੂੰ ਪਾਉਣ ਦਾ ਢੰਗ ਨਹੀਂ ਇਹ, ਮਨ ਨੂੰ ਟਿਕਾਉਣ ਦਾ ਯਤਨ ਨਹੀਂ ਇਹ। ਨਗਨ ਫਿਰਿਓ ਬਨ ਮਾਹੀ। ਹਰਿਦੁਆਰ ਦੇ ਵਿੱਚ ਕੁਝ ਅਜਿਹੇ ਸਾਧੂ ਆ ਨਿਰਵਸਤਰ ਹੋ ਕੇ ਰਹਿੰਦੇ ਆ, ਕੱਪੜੇ ਨਹੀਂ ਪਾਉਂਦੇ ਉਹ। ਗੁਰੂ ਸਾਹਿਬ ਜੀ ਕਹਿੰਦੇ ਇਵੇਂ ਵੀ ਮੁਕਤੀ ਨਹੀਂ ਹੈਗੀ, ਇਵੇਂ ਵੀ ਨਹੀਂ ਗੱਲ ਬਣਦੀ। ਤਟ ਤੀਰਥ ਸਭ ਧਰਤੀ ਭ੍ਰਮਿਓ। ਕਈ ਬਹੁਤ ਤੀਰਥਾਂ 'ਤੇ ਜਾਂਦੇ ਆ, ਉਹ ਕਹਿੰਦੇ ਮੈਂ ਹਰ ਜਗ੍ਹਾ 'ਤੇ ਹੋ ਆਇਆ, ਮੈਂ ਇੰਨੀ ਧਰਤੀ ਘੁੰਮ ਲਈ, ਇਵੇਂ ਵੀ ਮੁਕਤੀ ਹੈ ਨਹੀਂ। ਮਨ ਕਾਮਣਾ ਤੀਰਥ ਜਾਏ ਵਸਿਓ। ਕਈ ਤੀਰਥਾਂ 'ਤੇ ਜਾ ਕੇ ਹੀ ਰਹਿਣ ਲੱਗ ਗਏ। ਇੱਕ ਤਾਂ ਹੁੰਦਾ ਤੀਰਥਾਂ 'ਤੇ ਜਾਣਾ, ਘਰੇ ਆਉਣਾ, ਇੱਕ ਤੀਰਥਾਂ 'ਤੇ ਜਾ ਕੇ ਵਸ ਗਏ, ਇਵੇਂ ਵੀ ਮੁਕਤੀ ਹੈ ਨਹੀਂ। ਮਨ ਕੀ ਮੈਲ ਨ ਉਤਰੈ ਇਹ ਵਿਦ, ਜੇ ਲਖ ਯਤਨ ਕਰਾਏ। ਅੱਗੇ ਕਈ ਕਹਿੰਦੇ ਦਾਨ ਪੁੰਨ ਕਰ ਦਈਏ, ਸੋਨੇ ਦਾ ਦਾਨ ਕਰ ਲਓ, ਘੋੜਿਆਂ ਦਾ ਦਾਨ ਕਰ ਲਓ, ਹਾਥੀਆਂ ਦਾ। ਉਦੋਂ ਇਹੀ ਚੀਜ਼ਾਂ ਵੱਡੀਆਂ ਸੀਗੀਆਂ। ਅੰਨ ਦਾ ਦਾਨ ਕਰ ਲਓ, ਕੱਪੜਿਆਂ ਦਾ ਦਾਨ ਕਰ ਲਓ, ਪਰ ਨਹਿ ਮਿਲੀ ਹੈ ਹਰਿਦੁਆਰਾ। ਇਵੇਂ ਹੰਕਾਰ ਹੀ ਹੋਊਗਾ ਤੁਹਾਨੂੰ, ਹੋਰ ਨਹੀਂ ਕੁਝ ਹੋਣਾ। ਇਵੇਂ ਵੀ ਮੁਕਤੀ ਹੈ ਨਹੀਂ। ਪੂਜਾ ਅਰਚਾ ਬੰਧਨ ਡੰਡੌਤ, ਖਟ ਕਰ ਮਾਰਤ ਰਹਿਤਾ। ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਜੁਗਤਾ। ਤੇ ਪੂਜਾ ਹੈ ਬਹੁਤ ਤਰ੍ਹਾਂ ਦੀ, ਬੰਧਨਾ ਹੈ, ਡੰਡੌਤ ਆ, 84 ਆਸਣ ਆ ਜੋਗੀਆਂ ਦੇ, ਤੇ ਉਮਰ ਭਾਵੇਂ ਵੱਡੀ ਆ, ਬਾਦਸ਼ਾਹ ਵਾਲੀ ਠਾਠ ਬਾਠ ਆ। ਇਵੇਂ ਵੀ ਮੁਕਤੀ ਹੈ ਨਹੀਂ ਇਕੱਲੀ, ਇਵੇਂ ਵੀ ਮੁਕਤੀ ਹੈ ਨਹੀਂ। ਅਖੀਰ ਵਿੱਚ ਉਹਨਾਂ ਕਹਿਤਾ ਗੁਰੂ ਅਰਜਨ ਦੇਵ ਜੀ ਨੇ, ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ। ਅਸਲੀ ਗੱਲ ਕੀ ਆ? ਸਾਧ ਸੰਗਤ ਹੈ। ਸਿਰ ਕਰ ਮਨ ਕੈ ਕਰਮਾ। ਸਾਰਿਆਂ ਨਾਲੋਂ ਸੋਹਣਾ ਕਰਮ ਇਹੀ ਆ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤਾਂ ਇਵੇਂ ਤੁਸੀਂ ਵੱਧ ਸਮਝੋਗੇ ਇਹ ਵਾਲੀ ਪੰਕਤੀ। ਨਾ ਤੂੰ ਆਵੇਂ ਬਸ ਬਹੁਤ ਘਿਣਾਵਣੇ। ਤੂੰ ਬਹੁਤੀਆਂ ਚਲਾਕੀਆਂ ਨਾਲ ਵੱਸ 'ਚ ਨਹੀਂ ਆ ਸਕਦਾ, ਚਾਹੇ ਮਨ ਨੂੰ ਕਹਿ ਲਓ ਚਾਹੇ ਰੱਬ ਨੂੰ ਕਹਿ ਲਓ। ਚਲਾਕੀਆਂ ਨਾਲ ਮਨ ਹੋਰ ਚਲਾਕ ਹੋ ਜਾਊਗਾ, ਟਿਕੇਗਾ ਨਹੀਂ। ਜਿੰਨਾ ਮਨ ਚਲਾਕ ਹੋਊਗਾ ਉਨੀ ਸ਼ਾਂਤੀ ਉਹ ਬੰਦੇ ਕੋਲ ਘੱਟ ਹੋਊ। ਚੁਸਤ ਲੋਕ ਸ਼ਾਂਤ ਨਹੀਂ ਹੋ ਸਕਦੇ ਕਦੇ, ਚਲਾਕ ਲੋਕ ਸ਼ਾਂਤ ਨਹੀਂ ਹੋ ਸਕਦੇ। ਇਹ ਤੁਸੀਂ ਵੇਖਿਓ, ਕਦੇ ਵੀ ਨਹੀਂ ਉਹ ਸ਼ਾਂਤ ਨਹੀਂ ਹੋਣਗੇ, ਟਿਕਾ ਨਹੀਂ ਹੋਊ ਉਹਨਾਂ ਨੂੰ। ਨਾ ਤੂੰ ਆਵੇਂ ਬਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਬਸ ਵੇਦ ਪੜਾਵਣੇ।
वेदां नूं पढ़िया भी मन नहीं टिकदा, खड़दा नहीं मन। ना तू आमे बस कितै सियाण पै, चलाकियां ना भी तू बस नहीं आ सकदा। ना तू आमे बस बहुता दान दे, कि दान मैं करदा, सगों कई बार दान नाल बंदा रब तो दूर हो जाता। किवें? उहनूं हंकार हो जाता कि मैं गुरु घरे दान कीता, हुण मेरा नाम वड्डा सारा लिखिया होवे। हरमंदिर साहिब की परिक्रमा 'ਚ जदों जाइए शर्म दे नाल सिर झुक जाता। उन्हां लोकां ने आपदे नाम उत्थे लिखाए होए आ पत्थरां ते, जिथे आपां तुरदे आ उत्थे भी साडा नां इत्थे लिखो, परिक्रमा 'ਚ लिखो। असीं टुरीए ते वो दिखे थल्ले, वो पैरां 'ਚ सगों अखर आउंदे आ, देखियो कदे ध्यान नाल। दान करन ना कई वारी बंदा रब तो दूर हो जाता। ना तू आवे बस बहुता दान दे, कि मेरा ना वड्डा सारा होवे, दिखे दूरों भी लिखिया फलाना सिंह। ना तू आवे बस, ना तू आवे बस बहुता दान दे, ना तू आवे बस धरती ढाईए, ना तू आवे बस तीर्थ नहाईए। तीर्थां ते नहाउण ना भी तू बस नहीं आउंदा, घुम्मण फिरन ना भी तू बस नहीं आउंदा। फिर वो कहंदे तुसीं इन्ना कुछ कहता, हुण वो भी कह दो भी बस किवें आऊगा। तू भगतां कै बस, सब को तेरे बस, सारे तेरे बस च, ते तू किहदे बस च? तू भगतां कै बस, भगतां ताण तेरा। भगतां कोल अजिहा की आ, भगतां कोल की आ भी तुसीं उहदे बस चों? वो कहंदे प्रेम, प्रेम है भगतां दे कोल, प्रेम दीयां डोरां ने ते उहदी इबादत है जिहदे करके वो बस च, मन भी ते परमात्मा भी। तो इस करके गुरु प्यारिओ संगत जी, ये सारियां चीज़ां तुसीं नोट करो। इन्ना कुछ महाराज ने गिनाता, पर वो कहंदे संगत तो बिना, संगत तो बिना छुटकारा नहीं। राजा होवे चाहे कोई ते भावें कोई होवे, पर संगत तो बिना नहीं छुटकारा। प्यारे इन विद मिलन ना जाई। गुरु साहब जी बहुत प्यार ना कह रहे, हे प्यारे, हे मेरे प्यारे प्रीतम, हे प्यारे गुरसिख, इन विद मिलन ना जाई। मैं कीए कर्म अनेका, इन्हां कर्मां दे नाल मन नहीं टिकदा, शांति नहीं आ सकदी। रोजाना साखी जिहड़ी सरवण करदे हो वो सरवण करो आप जी। दुनिया नूं तारदे होए गुरु बाबा नानक जी, नाल उन्हां दे भाई साहब भाई मरदाना जी, नाल भाई बाला जी, नूर शाह जादूगरनी नूं चंगी जिंदगी चंगी सोच बख्श के अगे वधे गुरु नानक जी। अगे एक स्थान आया, ये स्थान इहो जिहा सी, उत्थे एक जोगी रहिंदा सी, जिहने जोग चिन्ह धारण कीते सी। नाम सी उहदा भरथरी, भरथरी नाम सी उहदा। गुरु बाबा जी उत्थे पहुंचे, कहण लगा कि मैनू पता है तुसीं ओही हो जिहदी मैं अज तक तलाश करदा। बहुत सारे देवतियां कोल गया, सवालों के जवाब ना मिले। नारद ने आखिर कहा, जिहड़ा तुहाडे सवालों का जवाब देना जिसने, उहदा प्रकाश होने वाला ही है, तो मैं तुहानूं बहुत चिरां तो उड़ीकदा। भरथरी जोगी ने कहा। गुरु बाबा जी कहण लगे, गुरु नानक साहिब जी ध्यान दे नाल सुणियो संगत जी, गल्लां बहुत प्यारियां भी आ, उच्चियां भी आ, सुच्चियां भी आ, डूंघियां भी आ। कहण लगे असीं तां जी हठ जोग करदे हां, कुछ जोगी इदां करदे ने, तुसीं मैनूं दसो गुरु जी असली जोगी कौन हुंदा? जोगी दी पछाण की हुंदी है? तुहाडे अनुसार किहड़े किहड़े चिन्ह चाहीदे आ जोगी दे, एक जोगी बनना होवे, क्योंकि खुद जोगी आ वो। कहे नानक सुन भरथर जोगी, पार ब्रह्म लिव एकं। तो उन्होंने फिर संदेश देने लई महाराज ने एक शब्द उत्थे गाया, बहुत सोहना शब्द आ वो।
ਗੁਰੂ ਸਾਹਿਬ ਜੀ ਕਹਿਣ ਲੱਗੇ, ਗੁਰ ਕਾ ਸ਼ਬਦ ਮੰਨੈ ਮਹਿ ਮੁੰਦਰਾ, ਖਿੰਥਾ ਖਿਮਾ ਹੜਾਵੋ। ਗੁਰੂ ਦਾ ਸ਼ਬਦ ਭਰਥਰੀ ਜੋਗੀ, ਇਹਦੀਆਂ ਮਨ 'ਚ ਮੁੰਦਰਾਂ ਪਾਵੋ। ਜੋਗੀ ਕੀ ਕਰਦੇ ਆ? ਕੰਨਾਂ ਨੂੰ ਪਾੜ ਕੇ ਕੁੰਡਲ ਪਾਉਂਦੇ ਆ। ਇਵੇਂ ਨਾ ਕਰੋ। ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਬਾਣੀ ਨੂੰ ਆਪਦੇ ਮਨ 'ਚ ਬਿੰਨੋ, ਉਹਦੇ ਕੁੰਡਲ ਪਾਵੋ। ਗੁਰ ਕਾ ਸ਼ਬਦ ਮੰਨੈ ਮਹਿ ਮੁੰਦਰਾ, ਖੈਂਥਾ ਖਿਮਾ ਹੜਾਵੋ। ਖੈਂਥਾ ਕਹਿੰਦੇ ਆ ਗੋਦੜੀ ਨੂੰ, ਜਿਹੜੇ ਜੋਗੀ ਪਾਉਂਦੇ ਆ। ਕਈ ਵਾਰੀ ਉਹ ਸਿਉਂਤੀ ਹੁੰਦੀ ਆ, ਟਾਕੀਆਂ ਲੱਗੀਆਂ ਹੁੰਦੀਆਂ, ਇਹੋ ਜਿਹਾ ਕੁਝ, ਉਹਨੂੰ ਗੋਦੜੀ ਕਹਿੰਦੇ ਆ। ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਸਹਿਨਸ਼ੀਲਤਾ ਦੀ ਗੋਦੜੀ ਪਾਵੋ ਜੋਗੀ ਜੀ, ਭਰਥਰੀ ਜੀ। ਖੈਂਥਾ ਖਿਮਾ ਹੜਾਵੋ। ਜੋ ਕਿਛ ਕਰੈ ਭਲਾ ਕਰ ਮਾਨੋ। ਇਹ ਗੱਲ ਬਹੁਤ ਔਖੀ ਆ। ਜੋ ਕਿਛ ਕਰੈ ਭਲਾ ਕਰ ਮਾਨੋ। ਜੋ ਰੱਬ ਕਰ ਦੇਵੇ ਉਹਨੂੰ ਕਹਿ ਦੇ ਠੀਕ ਆ। ਜੋ ਰੱਬ ਕਰਦਾ ਉਹ ਠੀਕ ਕਰਦਾ। ਇਹ ਗੱਲ ਕਹਿਣ ਲਈ, ਮੰਨਣ ਲਈ, ਸਮਝਣ ਲਈ ਬਹੁਤ ਲੰਮਾ ਚੌਂਕੜਾ ਮਾਰਨਾ ਪੈਂਦਾ। ਜੋ ਕਿਛ ਕਰੈ ਭਲਾ ਕਰ ਮਾਨੋ। ਰੱਬ ਜੋ ਕਰਦਾ ਠੀਕ ਕਰਦਾ। ਇਹ ਗੱਲ ਮੰਨਣ ਲਈ, ਇਹ ਗੱਲ 'ਤੇ ਪੂਰਾ ਭਰੋਸਾ ਬਣਾਉਣ ਲਈ ਬਹੁਤ ਲੰਮਾ ਚੌਂਕੜਾ ਚਾਹੀਦਾ। ਉਹ ਆਪਾਂ ਲੱਖ ਕਹੀ ਚੱਲੀਏ, ਅਸੀਂ ਨਾ ਮੀਂਹ ਪੈ ਗਿਆ ਆਪਾਂ ਕਹਿਣਾ ਅੱਜ ਸਾਡੀ ਫਸਲ ਲਈ ਠੀਕ, ਆਪਾਂ ਕਹਿਣਾ ਬਹੁਤ ਚੰਗਾ। ਕੱਲ੍ਹ ਨੂੰ ਥੋੜ੍ਹਾ ਜਿਹਾ ਨੁਕਸਾਨ ਹੋ ਗਿਆ, ਆਪਾਂ ਕਹਿਣਾ ਤੂੰ ਠੀਕ ਨਹੀਂ ਕੀਤਾ। ਸਾਰੀਆਂ ਚੀਜ਼ਾਂ ਨੂੰ ਮੰਨਣ ਲਈ, ਨਫੇ ਨੂੰ ਵੀ ਕਹਿਣਾ ਠੀਕ, ਨੁਕਸਾਨ ਹੋਣ 'ਤੇ ਵੀ ਕਹਿਣਾ ਠੀਕ। ਜੋ ਰੱਬ ਕਰਦਾ ਠੀਕ ਕਰਦਾ। ਇਹ ਗੱਲ ਨੂੰ ਮੰਨਣ ਲਈ ਬਹੁਤ ਚੌਂਕੜਾ ਚਾਹੀਦਾ ਅਤੇ ਸੰਗਤ ਚਾਹੀਦੀ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਰਥਰੀ ਜੋਗੀ ਜੀ, ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਤ ਪਾਵੋ। ਜੋ ਰੱਬ ਕਰੇ ਕਹਿ ਦੀ ਠੀਕ ਆ, ਕਹਿ ਦੀ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹ ਕਹਿ ਦੀ ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਇਹ ਕਹਿ ਦਮੀ ਬਾਬਾ ਜੁਗਤਾ ਜਿਉ ਜੁਗੇ ਜੁਗ ਜੋਗੀ, ਪਰਮ ਤੰਤ ਮੈਂ ਜੋਗੰ। ਬਾਬਾ ਗੁਰੂ ਸਾਹਿਬ ਜੀ ਕਹਿਣ ਲੱਗੇ, ਭਰਥਰੀ ਜੀ, ਜੋਗੀ ਪਤਾ ਕੌਣ ਅਸਲੀ? ਜਿਹਨੇ ਆਪਣੇ ਆਪ ਨੂੰ ਜੋੜ ਕੇ ਰੱਖਿਆ, ਮੁੜ ਕੇ ਰੱਬ ਨਾਲੋਂ ਟੁੱਟਿਆ ਹੀ ਨਹੀਂ। ਜੁਗਾਂ ਜੁਗਾਂ ਤੱਕ ਜਿਹੜਾ ਟੁੱਟਿਆ ਹੀ ਨਹੀਂ ਉਹਦੇ ਨਾਲ, ਜੁਗਾਂ ਜੁਗਾਂ ਤੱਕ, ਸਦੀਆਂ ਤੱਕ ਜੁੜਿਆ ਰਿਹਾ, ਉਹਨੂੰ ਕਹਿੰਦੇ ਆ ਜੋਗੀ। ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ। ਜਿਹਨੇ ਅੰਮ੍ਰਿਤ ਰੂਪੀ ਨਾਮ ਪਾਇਆ, ਗਿਆਨ ਜਿਹਦੇ ਕੋਲ ਬਖਸ਼ਿਆ ਹੈ ਵਾਹਿਗੁਰੂ ਦਾ, ਜਿਹਨੇ ਜਿਸ ਮਾਲਕ ਨੇ ਜਿਹਦੇ 'ਤੇ ਕਿਰਪਾ ਕੀਤੀ, ਗਿਆਨ ਬਖਸ਼ਿਆ, ਵਿਵੇਕ ਅਕਲ ਬਖਸ਼ੀ ਕਿ ਚੰਗਾ ਕਰਮ ਕਿਹੜਾ, ਮਾੜਾ ਕਰਮ ਕਿਹੜਾ। ਹੁਣ ਉਹ ਇਹਨੂੰ ਸਹੀ ਵਰਤ ਰਿਹਾ, ਤਾਂ ਇਹੋ ਜਿਹਾ ਪਿਆਲਾ ਉਹਨੇ ਪੀਤਾ, ਉਹਨੂੰ ਜੋਗੀ ਕਹੋ ਜੀ। ਸ਼ਿਵ ਨਗਰੀ ਮੈਂ ਆਸਣ ਬੈਸੋ, ਕਲਪ ਤੇ ਆਗੀ ਬਾਦੰ। ਜਿਵੇਂ ਕਿ ਜੋਗੀ ਆਸਣ ਲਾਉਂਦੇ ਆ। ਗੁਰੂ ਬਾਬਾ ਜੀ ਕਹਿਣ ਲੱਗੇ, ਭਰਥਰੀ ਮੈਂ ਆਸਣ ਕਿਹੜਾ ਲਾਉਣਾ ਹਾਂ? ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚਿੱਤ ਜੋੜਨੇ ਮੇਰਾ ਆਸਣ। ਮੈਨੂੰ ਹੋਰ ਜੋਗੀਆਂ ਵਾਂਗ ਆਸਣ ਕਰਨ ਦੀ ਲੋੜ ਨਹੀਂ ਪੈਂਦੀ। ਕਲਪ ਤੇ ਆਗੀ ਬਾਦੰ। ਅਤੇ ਮੈਂ ਸਾਰੇ ਝਗੜੇ ਮੁਕਾਤੇ ਆ, ਸਾਰਿਆਂ ਨੂੰ ਆਪਣਾ ਬਣਾ ਕੇ ਮੈਂ ਟੁਰਿਆ ਹਾਂ ਤਲਵੰਡੀ ਤੋਂ, ਨਨਕਾਣਾ ਸਾਹਿਬ ਤੋਂ। ਸਿੰਘੀ ਸ਼ਬਦ ਸਦਾ ਤੁਨ ਸੋਹੈ, ਅਹਨਸ ਪੂਰੈ ਨਾਦੰ। ਜੋਗੀ ਲੋਕ ਰੋਟੀ ਖਾਣ ਤੋਂ ਪਹਿਲਾਂ ਇੱਕ ਸਿੰਗੀ ਵਜਾਉਂਦੇ ਆ। ਗੁਰੂ ਬਾਬਾ ਜੀ ਕਹਿੰਦੇ ਗੁਰੂ ਦਾ ਸ਼ਬਦ ਹੀ ਮੇਰੇ ਲਈ ਸਿੰਗੀ ਆ। ਇਹ ਮੈਂ ਜੋਗੀ ਦੇ ਚਿੰਨ੍ਹ ਧਾਰਨ ਕੀਤੇ ਆ। ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਵਿਭੂਤੰ। ਜੋਗੀ ਲੋਕ ਕੀ ਕਰਦੇ ਆ? ਹੱਥ 'ਚ ਨਾ ਇੱਕ ਲੋਟਾ ਫੜ ਕੇ ਮੰਗਣ ਜਾਂਦੇ ਆ। ਗੁਰੂ ਸਾਹਿਬ ਜੀ ਕਹਿੰਦੇ ਮੈਂ ਇੱਦਾਂ ਨਹੀਂ ਮੰਗਣ ਜਾਂਦਾ, ਮੈਂ ਆਪਦੇ ਗੁਰੂ ਤੋਂ ਹੀ ਮੰਗਦਾ। ਜੋਗੀ ਰੋਟੀ ਮੰਗਦੇ ਆ, ਮੈਂ ਗੁਰੂ ਤੋਂ, ਮੈਂ ਰੱਬ ਤੋਂ ਕੀ ਮੰਗਦਾ? ਮੈਂ ਕਹਿੰਦਾ ਮੈਨੂੰ ਚੰਗੀ ਅਕਲ ਦੇ, ਮੈਨੂੰ ਮੱਤ ਦੇ। ਜੋਗੀ ਵੀ ਮੰਗ ਰਿਹਾ, ਸਿੱਖ ਵੀ ਮੰਗ ਰਿਹਾ। ਸਿੱਖ ਗੁਰੂ ਤੋਂ ਅਕਲ ਮੰਗ ਰਿਹਾ, ਵਿਵੇਕ ਮੰਗ ਰਿਹਾ। ਜੋਗੀ ਲੋਕ ਕੀ ਕਰਦੇ ਆ? ਉਹ ਘਰ ਘਰ ਵਿੱਚ ਜਾ ਕੇ ਭਿੱਖਿਆ ਮੰਗਦੇ ਆ। ਗਿਆਨ ਮਤ ਡੰਡਾ, ਜੋਗੀ ਡੰਡਾ ਰੱਖਦੇ ਆ। ਗੁਰੂ ਸਾਹਿਬ ਜੀ ਕਹਿੰਦੇ ਮੈਂ ਗਿਆਨ ਨੂੰ ਡੰਡਾ ਬਣਾ ਲਿਆ।
ब्रह्म विचार नूं डंडा बना लिया। वर्तमान विभूतन, मन नूं मैं इधर उधर नहीं भज्जण दिंदा, बीते समय 'च नहीं भज्जण दिंदा, लंघ चुके समय दे विच नहीं जाण दिंदा, आउण वाले समय की चिंता 'च नहीं जाण दिंदा। यही मेरी विभूत आ, यही मेरी सुआह। ਤਾਂ ਜਿਵੇਂ ਫਿਰ ਜੋਗੀ ਪੁੱਛਦਾ ਉਹਨੂੰ ਉਵੇਂ ਮਹਾਰਾਜ ਨੇ ਦੱਸਿਆ, ਹਰ ਕੀਰਤ ਰਹਿ ਰਾਸ ਹਮਾਰੀ ਗੁਰਮੁਖ ਪੰਥ ਅਤੀਤ। ਰਹਿ ਰਾਸ ਕਹਿੰਦੇ ਆ ਮਰਿਆਦਾ ਨੂੰ, ਕਹਿੰਦੇ ਇਹੀ ਸਾਡੀ ਮਰਿਆਦਾ ਹੈ, ਸਭ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਆਪਣੇ ਨਾਲ ਚਲਾਉਣਾ, ਸਾਰਿਆਂ ਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਨੂੰ ਦੇਖਣਾ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵੇਕੰ। ਅਸੀਂ ਕਦੇ ਵੀ ਹੋਰ ਪਾਸੇ ਚਿੱਤ ਜੋੜਿਆ ਹੀ ਨਹੀਂ, ਇਹ ਅਸੀਂ ਜੋਗ ਕਮਾਇਆ। ਤਾਂ ਭਰਥਰੀ ਨੂੰ ਸਮਝ ਆਈ ਕਿ ਵਾਕਈ ਇਹੋ ਜਿਹਾ ਜੋਗ ਵੀ ਹੁੰਦਾ। ਲੋਕ ਕੰਨਾਂ 'ਚ ਮੁੰਦਰਾਂ ਪਾਉਂਦੇ ਆ, ਗੁਰੂ ਬਾਬਾ ਜੀ ਕਹਿੰਦੇ ਸੰਤੋਖ ਦੀਆਂ ਮੁੰਦਰਾਂ ਤੁਸੀਂ ਪਾ ਲਓ, ਜੋਗੀ ਵਾਂਗੂ ਉਹ ਪਾਉਣ ਦੀ ਤੁਹਾਨੂੰ ਲੋੜ ਨਹੀਂ। ਤੇ ਸਹਿਨਸ਼ੀਲਤਾ ਦੀ ਗੋਦੜੀ ਪਾ ਲਓ, ਜੋਗੀ ਜਿਵੇਂ ਚੋਲਾ ਪਾਉਂਦੇ ਆ ਭਗਮਾ ਚੋਲਾ ਪਾਉਣ ਦੀ ਲੋੜ ਨਹੀਂ, ਸਹਿਨਸ਼ੀਲਤਾ ਦਾ ਚੋਲਾ ਪਾ ਲਓ, ਸਹਿਨਸ਼ੀਲਤਾ ਰੱਖੋ ਆਪਦੇ ਵਿੱਚ। ਤੇ ਡੰਡਾ ਜਿਹੜਾ ਮਨ ਨੂੰ ਸਿੱਧਾ ਕਰਨਾ ਹੀ ਡੰਡਾ ਵਾ, ਡੰਡਾ ਰੱਖਿਆ ਜੋਗੀ ਕੋਲੇ, ਤੁਹਾਨੂੰ ਡੰਡਾ ਰੱਖਣ ਦੀ ਲੋੜ ਵੀ ਨਹੀਂ। ਜੇ ਤੁਹਾਡਾ ਮਨ ਸਿੱਧਾ, ਉਹਦੇ ਵਾਂਗੂ ਸਿੱਧਾ ਕਰੋ। ਇਹ ਟੇਢਾ ਬਹੁਤ ਹੋਇਆ ਪਿਆ। ਇਹ ਕੱਲੀ ਗੁਰੂ ਸਾਹਿਬ ਜੀ ਨੇ ਗੱਲ ਦੱਸੀ ਆ। ਹੁਣ ਇੱਥੇ ਜਿਹੜਾ ਹੁਕਮਨਾਮਾ ਵੀ ਕੁਦਰਤੀ ਆਇਆ, ਉਹ ਉਹੀ ਆ ਜੋ ਭਰਥਰੀ ਜੋਗੀ ਨੂੰ ਕਿਹਾ, ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੁੰਦਰਾਂ ਪਾ ਕੇ ਸੰਸਾਰ ਘੁੰਮ ਕੇ ਤੇ ਦਾਨ ਪੁੰਨ ਕਰਕੇ ਵੀ ਰੱਬ ਨਹੀਂ ਮਿਲੇਗਾ। ਰੱਬ ਦਾ ਮਿਲਣਾ ਕੀ ਹੁੰਦਾ? ਅਸਲ 'ਚ ਸ਼ਾਂਤੀ ਦਾ ਮਿਲਣਾ, ਆਨੰਦ ਦਾ ਮਿਲਣਾ। ਆਨੰਦ ਨਹੀਂ ਤੁਹਾਨੂੰ ਮਿਲੇਗਾ। ਦਾਨ ਪੁੰਨ ਕਰਕੇ ਵੀ ਬੰਦੇ ਹੰਕਾਰ ਜਾਂਦੇ ਆ, ਉਹ ਆਪਦਾ ਨਾਮ ਲੱਭਦੇ ਫਿਰਦੇ ਆ, ਹੌਂ 'ਚ ਆ ਜਾਂਦੇ ਆ। ਹਰ ਕੀਰਤ, ਸਾਰਿਆਂ ਨਾਲੋਂ ਵੱਡੀ ਕੀਰਤੀ ਕੀ ਆ? ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਸਾਰਿਆਂ ਨਾਲੋਂ ਵੱਡੀ ਦਾਤ ਤੇ ਕਰਮ ਕੀ ਆ? ਸਾਧ ਸੰਗਤ ਹੈ। ਹਰ ਕੀਰਤ ਸਾਧ ਸੰਗਤ ਹੈ, ਬਸ ਸੰਗਤ ਆ, ਸਿਰ ਕਰਮਨ ਕੇ ਕਰਮਾ। ਤਾਂ ਜੋਗੀ ਜੀ ਰੱਬ ਜੀ ਦੇ ਕੋਲ ਆ ਕੇ, ਗੁਰੂ ਦੇ ਕੋਲ ਆ ਕੇ, ਵਾਹਿਗੁਰੂ ਸੰਗਤ ਵਿੱਚ ਆ ਕੇ ਕਹਿਣਾ ਸਭ ਨੂੰ ਸੋਹਣਾ ਕਰਨਾ। ਇਹ ਤੀਰਥਾਂ 'ਤੇ ਜਾਣ ਨਾਲੋਂ ਵੀ ਇਹ ਵਧੀਆ ਹੈ ਵਾਹਿਗੁਰੂ ਕਹਿਣਾ। ਤੀਰਥਾਂ 'ਤੇ ਜਾਓਗੇ ਉੱਥੇ ਵੀ ਉਹਨਾਂ ਨੇ ਤੁਹਾਨੂੰ ਇਹੀ ਕਹਿਣਾ ਨਾ ਕਿ ਵਾਹਿਗੁਰੂ ਜਪਿਆ ਕਰੋ। ਵੇਦ ਪੜ੍ਹੋਗੇ ਉਹਨਾਂ ਨੇ ਵੀ ਇਹ ਕਹਿਣਾ ਵਾਹਿਗੁਰੂ ਕਿਹਾ ਕਰੋ। ਵੇਦਾਂ ਨਾਲੋਂ ਪੜ੍ਹਨ ਨਾਲੋਂ ਵੀ ਵਾਹਿਗੁਰੂ ਕਹਿਣਾ ਵਧੀਆ, ਕਿਤਾਬਾਂ ਪੜ੍ਹਨ ਨਾਲੋਂ ਵੀ ਵਾਹਿਗੁਰੂ ਕਹਿਣਾ ਵਧੀਆ। ਪਰ ਉਹ ਹੁਣ ਕਈ ਵਾਰ ਇਵੇਂ ਹੁੰਦਾ, ਪੜ੍ਹ ਕੇ ਹੀ ਪਤਾ ਲੱਗਦਾ ਵੀ ਵਾਹਿਗੁਰੂ ਕਹਿਣਾ। ਅਤੇ ਇਹ ਚੀਜ਼ਾਂ ਦਾਨ ਕਰਨੀਆਂ, ਪੁੰਨ ਕਰਨੀਆਂ, ਇਹਨਾਂ ਨਾਲੋਂ ਵਾਹਿਗੁਰੂ ਕਹਿਣਾ ਵਧੀਆ। ਉਹਦਾ ਹੰਕਾਰ ਹੋ ਜਾਊਗਾ, ਇਵੇਂ ਤੁਹਾਡਾ ਹੰਕਾਰ ਮਿਟੂਗਾ। ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਜੀ ਨੇ ਕਨਸੈਪਟ ਜਿਹੜੇ ਆ ਜ਼ਿੰਦਗੀ ਦੇ ਕਲੀਅਰ ਕੀਤੇ ਹੋਏ ਆ, ਅਤੇ ਸਾਨੂੰ ਇਹਨਾਂ ਨੂੰ ਜ਼ਰੂਰ ਮੰਨਣਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰਨ। ਇਸ ਤਰ੍ਹਾਂ ਉਹ ਭਰਥਰੀ ਦੇ ਨਾਲ ਵਿਚਾਰ ਹੁੰਦੀ ਆ। ਅਤੇ ਅੱਗੇ ਹੋਰ ਵੀ ਵਿਚਾਰ ਹੋਈ ਆ ਭਰਥਰੀ ਨਾਲ। ਉਹ ਕੀ ਸਵਾਲ ਸੀਗੇ ਉਹਦੇ, ਕੀ ਜਵਾਬ ਸੀ ਗੁਰੂ ਜੀ ਦੇ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰੋਗੇ। ਅੱਜ ਇਤਨਾ ਹੀ ਹੈ ਅੱਜ ਦੇ ਦੀਵਾਨ ਵਿੱਚ। ਭੁੱਲ ਚੁੱਕ ਦੀ ਹਿਮਾ, ਸਾਰਿਆਂ ਨਾਲੋਂ ਬਸ ਸੋਹਣਾ ਕਰਮ ਕੀ ਆ? ਵਾਹਿਗੁਰੂ 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 ਕਹਿਣਾ। ਜੋ ਰੱਬ ਕਰਦਾ ਠੀਕ ਕਰਦਾ, ਰੱਬ ਜੋ ਕਰੇਗਾ ਠੀਕ ਕਰੇਗਾ। ਇਹ ਕਹਿਣ ਲਈ ਅਤੇ ਮੰਨਣ ਲਈ ਬਹੁਤ ਲੰਮਾ ਚੌਂਕੜਾ ਬੁਲਾਉਣਾ ਪੈਂਦਾ। ਤਾਂ ਆਓ ਫਿਰ ਆਪਾਂ ਇਹਦੇ ਵੱਲ ਹੀ ਵਧੀਏ ਜੀ। ਵਾਹਿਗੁਰੂ ਜੀ ਦਾ ਸਿਮਰਨ ਕਰਕੇ ਅਰਦਾਸ ਬੇਨਤੀ 'ਤੇ ਜੁੜੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਕੀ ਪਹਿਰੇਦਾਰ